ਮੰਗਾ ਸਿੰਘਨਟਾਲ ਦੀ ਪੁਸਤਕ ਸ਼ਰਾਰਤੀ ਤੱਤ ਦਾ ਅਗਲਾ ਕਾਂਡ ਹੈ ਪੈਸੇ ਲੈ ਕੇ ਬੰਦੇ ਕੁੱਟਣੇ। ਕਹਿੰਦੇ ਓਡਾਂ ਦੇ ਪਸ਼ੂ ਜਿੱਧਰ ਨੂੰ ਮੂੰਹ ਹੁੰਦਾ ਉੱਧਰ ਨੂੰ ਤੁਰ ਪੈਂਦੇ ਹੈ, ਪਰ ਅਸੀਂ ਤਾਂ ਉਹਨਾਂ ਤੋਂ ਵੀ ਗਾਂਹ ਸੀ। ਉਹਨਾਂ ਦੇ ਤਾਂ ਪਿੱਛੇ ਕੋਈ ਹੁੰਦਾ ਹੀ ਹੈ ਜੋ ਸਾਂਝ ਨੂੰ ਵਾੜੇ ਤਾੜਦਾ, ਪਰ ਸਾਨੂੰ ਤਾਂ ਕੋਈ ਰੋਕ ਟੋਕ ਹੀ ਨਹੀਂ ਸੀ। ਦਿੱਲੀ ਜੋ ਹੋਇਆ ਉਹ ਇਸ ਖੁੱਲ੍ਹੇਪਣ ਦਾ ਨਤੀਜਾ ਸੀ। ਮਰ ਚੱਲੇ ਸੀ, ਫਸ ਗਏ ਸੀ ਛੋਟੀ ਉਮਰੇ ਗੈਂਗਸਟਰਾਂ ਵਾਲੀ ਦੀ ਕਾਲੀ ਦੁਨੀਆ 'ਚ। ਅਸੀਂ ਹੁਣ ਸਾਰੇ ਜਾਣੇ 12ਵੀਂ ਪਾਸ ਕਰਕੇ ਖਾਲਸਾ ਕਾਲਜ ਪਟਿਆਲੇ ਦਾਖਲ ਹੋ ਗਏ ਸੀ। ਉੱਥੇ ਤੋਚੀ ਆਲੋਵਾਲ ਅਤੇ ਮੋਹਣਾ ਚੰਬਾਲੀ ਨਾਲ ਮੇਰਾ ਵਧੀਆ ਜੁੱਟ ਬਣ ਗਿਆ। ਇੱਕ ਦਿਨ ਬੱਸ ਸਟੈਂਡ ਖੜ੍ਹੇ ਪਿੰਡ ਨੂੰ ਜਾਣ ਸਮੇਂ ਮੋਹਣੇ ਨੇ ਇੱਕ ਅਖਬਾਰ ਦੀ ਕਟਿੰਗ ਦਿਖਾਈ। ਦਿੱਲੀ ਦੀ ਲਿਮਿਟਿਡ ਕੰਪਨੀ ਨੂੰ ਪੜ੍ਹੇ ਲਿਖੇ ਮੁੰਡੇ ਕੁੜੀਆਂ ਦੀ ਜ਼ਰੂਰਤ ਹੈ। ਸੁਪਰਵਾਈਜ਼ਰ ਲਈ ਯੋਗਤਾ 12ਵੀਂ ਅਤੇ ਕਮਾਈ 3500 ਰੁਪਏ ਪ੍ਰਤੀ ਮਹੀਨਾ। ਬਸ ਬਣ ਗਈ ਸਲਾਹ। ਨਾ ਉਦੋਂ ਫਸਲ ਦੀ ਵਾਢੀ ਸੀ, ਨਾ ਲਵਾਈ, ਨਾ ਖੇਡਾਂ। ਇੰਟਰ ਕਾਲਜ ਹੋ ਚੁੱਕਿਆ ਸੀ ਅਤੇ ਇੰਟਰਵਰਸਿਟੀ 'ਚ ਮੇਰੀ ਸਿਲੈਕਸ਼ਨ ਨਹੀਂ ਸੀ ਹੋਈ, ਸੋ ਚੜ੍ਹ ਗਏ ਦਿੱਲੀ ਨੂੰ ਫੜ ਕੇ ਕਰਾਇਆ। ਪਰ ਜੋ ਕੁਛ ਦਿੱਲੀ ਹੋਇਆ ਬਹੁਤ ਡਰਾਉਣਾ ਹੈ। ਬਹੁਤ ਔਖੀ ਜਾਨ ਬਚੀ ਸੀ। ਕਿਵੇਂ ਬਚੇ ਕਤਲ ਕੇਸ 'ਚੋਂ, ਜਦੋਂ ਹੁਣ ਸੋਚਦੇ ਹਾਂ ਤਾਂ ਇੱਕ ਵਾਰ ਤਾਂ ਕੰਬਣੀ ਛਿੜ ਜਾਂਦੀ ਹੈ ਵੀ ਕਿਹੜੇ ਟਰੈਕ 'ਤੇ ਚੜ੍ਹ ਗਏ ਸੀ। ਅਸੀਂ ਅਖਬਾਰ ਦੇ ਲਿਖੇ ਪਤੇ 'ਤੇ ਨੋਇਡਾ ਪਹੁੰਚ ਗਏ, ਪਰ ਹੈਰਾਨ ਬਹੁਤ ਹੋਏ ਕੰਪਨੀ ਦਾ ਦਫ਼ਤਰ ਦੇਖ ਕੇ, ਕਿਉਂਕਿ ਸਾਨੂੰ ਤਾਂ ਇਹ ਸੀ ਵੀ ਬਹੁਤ ਵੱਡੀ ਸਾਰੀ ਸ਼ੀਸ਼ਿਆਂ ਵਾਲੀ ਕੋਈ 5-7 ਮੰਜ਼ਿਲਾ ਇਮਾਰਤ ਹੋਊ। ਬਹੁਤ ਸਾਰੇ ਮੁਲਾਜ਼ਮ ਟਾਈਆਂ ਬੈਲਟਾਂ ਲਗਾਈ ਕੈਬਨਾਂ 'ਚ ਕੰਮ ਕਰਦੇ ਹੋਣਗੇ ਫਿਲਮਾਂ ਵਾਂਗੂ। ਪਰ ਉਹ ਤਾਂ ਇੱਕ ਮੋਟੀ ਜੀ ਮੈਡਮ ਨੇ ਖੋਲ੍ਹਿਆ ਹੋਇਆ ਸੀ ਇੱਕ ਵੱਡਾ ਸਾਰਾ ਟੇਬਲ, 3-4 ਕੁਰਸੀਆਂ ਅਤੇ ਕੰਧ ਉੱਤੇ ਫੌਜੀ ਅਫਸਰ ਦੀ ਇੱਕ ਫੋਟੋ ਟੰਗੀ ਸੀ। ਨਾ ਉੱਥੇ ਕੋਈ ਪੀਅਨ ਵਗੈਰਾ। ਜਦੋਂ ਅਸੀਂ ਗੱਲਬਾਤ ਕਰੀ ਤਾਂ ਉਹਨੇ ਸਾਨੂੰ ਨੌਕਰੀ ਦੇਣ ਦੀ ਥਾਂ ਨੌਕਰੀ ਦੇਣ ਵਾਲੇ ਬਣਾਉਣ ਦੀ ਆਫਰ ਦਿੱਤੀ। ਆਪ पढ़े लिखे हो, अपने शहर में कोई ऐसा ही कमरा किराए पे लो और हमारी कंपनी के नाम पर दफ्तर खोलो, अच्छे पैसे कमाओ। ਅਸੀਂ ਔਰ ਭਾਰ ਦੇਖੀਏ, ਜ਼ਿਆਦਾ ਸੋਚ ਵਿਚਾਰ ਵੀ ਨਾ ਕਰੀ। 2 ਮਿੰਟ ਬਾਹਰ ਆਏ। ਮੋਹਣਾ ਕਹਿੰਦਾ, ਸਾਲਿਆ ਠੀਕ ਹੈ, ਗੋਬਿੰਦਗੜ੍ਹ ਖੋਲ੍ਹ ਲੈਂਦੇ ਹਾਂ। ਦਫ਼ਤਰ ਖੋਲ੍ਹਣ ਜੋਗੇ ਪੈਸੇ ਦਾ ਕਮਾਲ ਹੈ। ਮੈਨੂੰ ਤਾਂ 3500 ਹੀ ਬਹੁਤ ਔਖਾ ਮਿਲਿਆ। ਮੈਂ ਜੇਬ ਨੂੰ ਹੱਥ ਲਾ ਕੇ ਕਿਹਾ। ਮੋਹਣਾ ਮੰਨ ਗਿਆ ਵੀ ਅਸੀਂ 2 ਮਹੀਨੇ ਦਾ ਸੋਚ ਕੇ ਉੱਥੇ ਨੌਕਰੀ ਕਰ ਲਈ। ਸਾਡੇ ਤੋਂ ਵਰਦੀ ਅਤੇ ਸਿਕਿਉਰਿਟੀ ਦੇ ਨਾਮ 'ਤੇ 3-3 ਹਜ਼ਾਰ ਜਮ੍ਹਾਂ ਕਰਵਾ ਲਏ। ਸਾਨੂੰ ਇੱਕ ਹੋਰ ਜਗ੍ਹਾ ਦਾ ਪਤਾ ਦੇ ਦਿੱਤਾ ਕਿ ਸਵਰਨ ਪਾਰਕ ਇਲਾਕੇ 'ਚ ਜਾ ਕੇ ਆਕਾਸ਼ ਉਥੱਪਾ ਨਾਮ ਦੇ ਸੁਪਰਵਾਈਜ਼ਰ ਨੂੰ ਮਿਲੋ। ਉਹ ਰਾਤ ਦਫ਼ਤਰ ਦੇ ਬਾਹਰ ਰਾਹਦਾਰੀ 'ਚ ਹੀ ਗੁਜ਼ਾਰੀ। ਸਾਰੀ ਰਾਤ ਮੋਹਣਾ ਮੇਰੀਆਂ ਲੱਤਾਂ ਘੁੱਟੀ ਗਿਆ। ਗਰਮ ਸਰਦ ਹੋਣ ਕਰਕੇ ਕਈ ਵਾਰ ਬਹੁਤ ਦੁਖਦੀਆਂ ਨੇ। ਛੋਟੇ ਹੁੰਦੇ ਦੀਆਂ ਤਾਂ ਬੀਬੀ ਕੁੱਲਿਆਂ ਕੋਲੋਂ ਘੁੱਟ ਦਿੰਦੀ ਸੀ। ਵੱਡੀਆਂ ਨਾੜਾਂ ਨੂੰ ਅੰਗੂਠੇ ਨਾਲ ਕੁਝ ਪਲ ਜ਼ੋਰ ਨਾਲ ਦੱਬ ਕੇ ਭਾਫ ਜੀ ਕੱਢ ਦਿੰਦੀ ਸੀ। ਕੋਸ਼ਿਸ਼ ਤਾਂ ਮੋਹਣੇ ਨੇ ਬਥੇਰੀ ਕੀਤੀ, ਪਰ ਦਰਦ ਉਹਨਾਂ ਨਾ ਘਟਿਆ। ਉੱਥੇ ਸਾਡੇ ਕੋਲ ਇੱਕ ਵਾਕਮੈਨ ਹੀ ਸੀ ਮਨੋਰੰਜਨ ਲਈ, ਉਹ ਵੀ ਮੋਹਣਾ ਲੈ ਆਇਆ ਸੀ। ਮੈਂ ਉਸ ਰਾਤ ਪਹਿਲੀ ਵਾਰ ਨੁਸਰਤ ਨੂੰ ਸੁਣਿਆ। ਪਹਿਲਾਂ ਤਾਂ ਮੈਂ ਆਖਿਆ, ਮੋਹਣੇ ਕੀ ਆ ਯਾਰ, ਕੋਈ ਹੋਰ ਕੈਸਟ ਸੁਣਾ ਚਮਕੀਲੇ ਵਗੈਰਾ ਦੀ। ਇਹ ਕੀ ਰੋਣ ਪਿੱਟਣਾ ਲਾਇਆ, ਉਈ ਆ। ਨੁਸਰਤ ਸਾਹਿਬ ਦੀਆਂ ਗਾਈਆਂ ਹਰਕਤਾਂ ਮੈਨੂੰ ਹੀ ਲੱਗੀਆਂ। ਚਮਕੀਲਾ ਸੁਣਨ ਵਾਲੇ ਨੂੰ ਸਮਝ ਨਹੀਂ ਸੀ ਪੈ ਰਹੀ। ਮੋਹਣਾ ਬੇਸ਼ੱਕ ਦੇਖਣ ਨੂੰ ਫੁਕਰਾ ਟਾਈਪ ਹੈ, ਪਰ ਉਹਨੂੰ ਕਲਾ ਦੀ ਸਮਝ ਬੜੀ ਡੂੰਘੀ ਹੈ। ਉਹਦੇ ਕੋਲ ਸਿਰਫ ਨੁਸਰਤ ਦੀਆਂ ਕੈਸਟਾਂ ਜਾਂ ਇੱਕ ਨੂਰ ਜਹਾਂ ਦੀ ਸੀ। ਮੈਂ ਲੱਤਾਂ ਦਾ ਦਰਦ ਭੁਲਾਉਣ ਲਈ ਮਜਬੂਰੀ ਵਸ ਨੁਸਰਤ ਸੁਣਿਆ ਸੀ। ਕਮਾਲ ਦਾ ਰਸ ਸੀ ਉਸ ਰੱਬੀ ਰੂਹ 'ਚ। ਪਤਾ ਹੀ ਨਹੀਂ ਲੱਗਿਆ ਕਵਾਲੀ ਸੁਣਦੇ ਸੁਣਦੇ ਕਦੋਂ ਦਰਦ ਗਾਇਬ ਹੋ ਗਿਆ, ਕਦੋਂ ਸਵੇਰ ਹੋ ਗਈ। ਸੀਨੀਅਰ ਸੁਪਰਵਾਈਜ਼ਰ ਉਥੱਪਾ ਇੱਕ ਨੇਪਾਲੀ ਸ਼ਕਲ ਵਾਲਾ ਛੋਟੇ ਜਿਹੇ ਕੱਦ ਦਾ ਮੁੰਡਾ ਸੀ, ਪਰ ਹੈ ਸੀ ਬੜਾ ਤੇਜ਼ ਤਰਾਰ। ਉਹਨੇ ਸਾਨੂੰ ਬੈਗ ਨਾਲ ਦੇ ਕਮਰੇ 'ਚ ਰੱਖਣ ਲਈ ਇਸ਼ਾਰਾ ਕੀਤਾ, ਫਿਰ ਆਪਣੇ ਕੋਲ ਆਉਣ ਲਈ ਕਿਹਾ, ਜਿੱਥੇ ਸਾਡੀ ਰਿਹਾਇਸ਼ ਸੀ। ਉਹ ਬਹੁਤ ਛੋਟੇ 10-12 ਕਮਰਿਆਂ ਦੀ ਇੱਕ ਚਾਲ ਜਿਹੀ ਸੀ, ਜਿਵੇਂ ਭਈਆਂ ਲਈ ਕੁਆਟਰ ਬਣਾਏ ਹੋਣ। ਕਮਰੇ ਜ਼ਿਆਦਾਤਰ ਖਾਲੀ ਸੀ। ਬਸ ਇੱਕ ਕਮਰੇ 'ਚ ਬੁਰਕੇ ਵਾਲੀਆਂ 2 ਮਾਵਾਂ ਧੀਆਂ ਰਹਿੰਦੀਆਂ, ਇੱਕ ਸਾਂਝਾ ਗੁਸਲਖਾਨਾ, ਇੱਕ ਨਲਕਾ ਲੈ ਦੇ ਕੇ ਇਹੋ ਸਹੂਲਤਾਂ ਸੀ। ਅਸੀਂ ਰਾਤ ਤੋਂ ਹੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਸੀ। ਉੱਤੋਂ ਖਾਣਾ ਵੀ ਇੱਕ ਸਟੋਵ ਉੱਤੇ ਮੈਲੇ ਜਿਹੇ ਭਾਂਡਿਆਂ 'ਚ ਬਣਾਉਣਾ ਪੈਂਦਾ, ਉਹ ਵੀ ਤਿੰਨਾਂ ਦਾ ਹੀ ਮੈਨੂੰ। ਅਤੇ ਰਾਤ ਨੂੰ ਸੁਪਰਵਾਈਜ਼ਰੀ ਦੇ ਨਾਮ 'ਤੇ ਹੋਏ ਧੋਖੇ ਨੇ ਮਿੱਲ 'ਚ ਚੌਕੀਦਾਰੀ ਕਰਵਾਈ। ਵਰਦੀ ਪਾ ਕੇ ਫੀਲਿੰਗ ਜਮਾਂ ਨੇਪਾਲੀ ਬਹਾਦਰਾਂ ਵਾਲੀ ਆਇਆ ਕਰੇ, ਜਿਹੜੇ ਫਿਲਮਾਂ 'ਚ ਸ਼ਾਬਜੀ ਕਰਦੇ ਹੁੰਦੇ ਨੇ। ਰਾਤ ਦੀ ਸ਼ਿਫਟ 'ਚ ਨੀਂਦ ਪੂਰੀ ਨਾ ਹੁੰਦੀ। ਅਸੀਂ ਦਿਨੇ ਥੋੜ੍ਹਾ ਬਹੁਤ ਸੌਂ ਲੈਂਦੇ। ਮੋਹਣੇ ਦੀ ਜਿੰਮ ਜਾਣ ਕਰਕੇ ਬਾਡੀ ਪੂਰੀ ਮਸਕੂਲਰ ਸੀ। ਮੈਂ ਵੀ ਪੂਰਾ ਫਿੱਟ ਸੀ ਉਦੋਂ। ਅਸੀਂ ਨਲਕੇ 'ਤੇ ਨਹਾਉਂਦੇ ਸਮੇਂ ਜਨਾਨੀਆਂ ਨੂੰ ਦੇਖ ਛਾਤੀ ਬਾਹਰ ਨੂੰ ਕਰ ਲੈਣੀ, ਚਾਲ ਦੇ ਬਾਹਰ ਦੁਕਾਨ 'ਤੇ ਖੜ੍ਹੇ ਲੋਕਾਂ ਨੂੰ ਪ੍ਰਭਾਵਿਤ ਕਰਨੇ, ਢਿੱਡ ਹੋਰ ਅੰਦਰ ਨੂੰ ਖਿੱਚ ਲੈਣੇ, ਸਰੀਰ ਅਕੜਾ ਕੇ ਤੁਰਨਾ। ਪਰ ਹੋਇਆ ਉਲਟ। ਨਾ ਬਾਹਰੋਂ ਮੁੰਡੇ ਪ੍ਰਭਾਵਿਤ ਹੋਏ, ਨਾ ਅੰਦਰੋਂ ਕੁੜੀਆਂ। ਪ੍ਰਭਾਵਿਤ ਹੋਏ 2 ਬੰਦੇ, ਇੱਕ 50 ਸਾਲ ਦਾ ਅਧਖੜ, ਇੱਕ 25-30 ਸਾਲ ਦਾ ਜਵਾਨ। ਉਹ ਸਾਡੇ ਨਾਲ ਸੰਪਰਕ ਬਣਾਉਣ ਲੱਗ ਪਏ। ਪੁੱਛਦੇ ਪੁਛਾਉਂਦੇ ਵਧੀਆ ਨੇੜਤਾ ਹੋ ਗਈ। ਮੋਹਣਾ ਤਾਂ ਚੁੱਪ ਰਹਿੰਦਾ ਸੀ, ਪਰ ਮੈਂ ਆਪਣੀ ਆਦਤ ਤੋਂ ਮਜਬੂਰ
ਨਾਨੀ ਕਢਾਨੀ ਤੱਕ ਪੁੱਜ ਜਾਂਦਾ। ਮੈਂ ਤਾਂ ਮਿਲ 'ਚ ਵੀ ਕੰਪਿਊਟਰ ਵਾਲੇ ਨਾਲ ਜਾਣ ਪਛਾਣ ਕੱਢ ਲਈ ਸੀ। ਉਹਦੇ ਨਾਨਕੇ ਘੁਮਿਆਰੇ ਫਰੀਦਕੋਟ ਪਿੰਡ ਸੀ। ਉਹ ਮੋਠੇ ਨੂੰ ਜਾਣਦਾ ਸੀ ਅਤੇ ਮੋਠਾ ਕਬੱਡੀ ਖੇਡਣ ਕਰਕੇ ਮੇਰਾ ਵਧੀਆ ਆੜੀ ਸੀ। ਗੱਲਾਂ ਬਾਤਾਂ ਕਰਕੇ ਸਮਾਂ ਚੰਗਾ ਪਾਸ ਹੋ ਜਾਂਦਾ, ਨਹੀਂ ਤਾਂ ਠੱਗੇ ਜਾਣ ਵਾਲੀ ਗਿਲਟ ਬਹੁਤ ਸਤਾਉਂਦੀ। ਕਈ ਵਾਰ ਸੋਚਦਾ ਵੀ ਅਸੀਂ ਤਾਂ ਕਿੰਨੀ ਇੱਜ਼ਤ ਕਰਦੇ ਹਾਂ ਫੌਜੀਆਂ ਦੀ, ਪਰ ਇਹ ਲੁੱਟ ਰਹੇ ਨੇ। ਲਿਮਿਟਿਡ ਕੰਪਨੀਆਂ 'ਚ ਨੌਕਰੀਆਂ ਦੇ ਨਾਮ 'ਤੇ ਕਿੰਨਾ ਬੁਰਾ ਕਰਦੇ ਨੇ ਬੇਰੁਜ਼ਗਾਰਾਂ ਨਾਲ। ਖਿਆਲ ਇਹ ਵੀ ਆਉਂਦਾ ਕਿ ਪੰਜਾਬ ਜਾ ਕੇ ਖਬਰਾਂ ਲਵਾਊਂਗਾ ਅਖਬਾਰ 'ਚ ਇਹਨਾਂ ਕਰਨਲਾਂ ਦੇ ਧੋਖਿਆਂ ਬਾਰੇ, ਕਿਉਂਕਿ ਇਸ ਤਰ੍ਹਾਂ ਦੀਆਂ ਸਿਕਿਉਰਿਟੀ ਕੰਪਨੀਆਂ ਦੇ ਲਾਇਸੈਂਸ ਰਿਟਾਇਰ ਫੌਜੀ ਅਫਸਰਾਂ ਕੋਲ ਹੀ ਹਨ। ਖੈਰ, ਹੁਣ ਉਹ ਬੰਦੇ ਸਾਡੇ ਕੋਲ ਰੋਜ਼ਾਨਾ ਆਉਣ ਲੱਗ ਪਏ। ਕਦੇ ਕਦੇ ਤਾਂ ਘੰਟਾ ਸਾਰਾ ਗੱਲਾਂ ਮਾਰੀ ਜਾਂਦੇ, ਕਦੇ ਸਾਨੂੰ ਵੱਧ ਕਮਾਈ ਕਰਨ ਬਾਰੇ ਟੋਈ ਜਾਂਦੇ। ਸਾਡੀਆਂ ਗੱਲਾਂ ਤੋਂ ਭਾਂਪ ਗਏ ਵੀ ਸਾਨੂੰ ਪੈਸਿਆਂ ਦੀ ਲੋੜ ਹੈ। ਮੈਂ ਤਾਂ 2 ਦਿਨਾਂ ਤੋਂ ਇੱਕ ਹੋਰ ਕੰਮ ਵੀ ਲੱਭ ਲਿਆ ਸੀ। ਉੱਥੇ ਅਸੀਂ 1400 ਰੁਪਈਆ ਲੈਣਾ ਕਰਿਆ। ਇਹ ਵੀ ਕਰ ਲਿਆ ਵੀ ਅਸੀਂ ਬਦਲ ਕੰਮ 'ਤੇ ਆਵਾਂਗੇ। ਕੰਮ ਵੀ ਸੌਖਾ ਸੀ, ਸਕੂਟਰਾਂ ਦੇ ਜੈੱਟ ਪੈਕ ਕਰਨ ਦਾ। ਬਾਕੀ ਸਭ ਤੋਂ ਜ਼ਰੂਰੀ ਸੀ ਪੈਸੇ, ਉਹ ਵੀ ਬਹੁਤ ਜਲਦੀ, ਕਿਉਂਕਿ ਅਸੀਂ ਉੱਥੋਂ ਵਾਪਸੀ ਦਾ ਪੱਕਾ ਕਰ ਹੀ ਲਿਆ ਸੀ। ਪਰ ਨਾਲ ਹੀ ਇਹ ਸੀ ਵੀ ਖਾਲੀ ਹੱਥ ਨਾ ਜਾਈਏ, ਘੱਟੋ ਘੱਟ 5,000 ਤਾਂ ਲੈ ਕੇ ਮੁੜੀਏ। ਇਸ਼ਤਿਹਾਰ 'ਚ ਦੱਸੀ 3500 ਤਨਖਾਹ ਕੰਪਨੀ ਵਾਲੀ ਫੌਜਣ ਨੇ ਘਟਾ ਕੇ 2500 ਕਰਤੀ। ਕਹਿੰਦੀ ਪਹਿਲੇ 3 ਮੰਥ ਇਤਨੇ ਹੀ ਮਿਲेंगे। 1400 ਜੋ ਪਾਰਟ ਟਾਈਮ ਤੋਂ ਮਿਲਣਾ ਸੀ, ਉਹ ਤੋਂ ਕੁਝ ਕਿਰਾਇਆ, ਕੁਝ ਅਲਮ ਗਲਮ। ਅਸੀਂ ਕੋਈ ਹੋਰ ਜੁਗਾੜ ਬਾਰੇ ਵੀ ਸੋਚਦੇ ਰਹਿੰਦੇ। ਕਦੇ ਧਿਆਨ ਸੁਪਰਵਾਈਜ਼ਰ ਦੀ ਅਟੈਚੀ ਵੱਲ ਜਾਂਦਾ, ਕਦੇ ਸਕੂਟਰਾਂ ਦੇ ਜੈੱਟ ਵੱਲ ਵੀ ਪਟਿਆਲੇ ਜਾ ਕੇ ਵੇਚ ਦਿਆਂਗੇ। ਕਈ ਦਿਨਾਂ ਦੇ ਮੇਲ ਜੋਲ ਨਾਲ ਉਹਨਾਂ ਦੋਵਾਂ ਬੰਦਿਆਂ ਨੇ ਗੱਲ ਅੱਗੇ ਵਧਾਈ। ਅਧਖੜ ਜਿਹਾ ਬੰਦਾ ਜਿਹੜਾ ਆਪਣਾ ਨਾਮ ਰਾਜਨ ਤਿਆਗੀ ਦੱਸਦਾ ਸੀ, ਇਹ काम है मोहन जी अगर करोगे, पूरे 20,000 का है। ਉਹਨੇ ਗੰਭੀਰ ਜਿਹਾ ਮੂੰਹ ਬਣਾ ਕੇ ਕਿਹਾ ਸੀ। ਮੋਹਣੇ ਨੇ ਪਹਿਲੀ ਵਾਰ ਮੇਰੇ ਵੱਲ ਦੇਖਿਆ, ਫਿਰ ਬੋਲਿਆ करेगा। मैं पूछा काम तो भाई जैसी आपकी बॉडी है, कुछ भी नहीं आपके लिए। ਉਹਨੇ ਪੰਪ ਚਕਾਇਆ ਅਤੇ ਮੋਹਣੇ ਨੇ ਕਮਰੇ 'ਚ ਲੱਗੇ ਸਨੀ ਦਿਓਲ ਦੇ ਪੋਸਟਰ ਵੱਲ ਵੇਖ। ਮੋਹਣਾ ਸਨੀ ਦਿਓਲ ਵਾਲੀ ਫੀਲਿੰਗ ਪਹਿਲਾਂ ਹੀ ਚੱਕਦਾ ਸੀ। ਇਹ ਪੋਸਟਰ ਵੀ ਮੋਹਣੇ ਨੇ ਲਾਇਆ ਸੀ। ਮੈਂ ਵੀ ਚੌੜਾ ਹੋ ਗਿਆ, ਨਾਲੇ ਸਮਝ ਗਿਆ ਵੀ ਕਿਸੇ ਨੂੰ ਕੁੱਟਣ ਵਾਲਾ ਕੰਮ ਹੈ। ਉਸੇ ਦਿਨ ਉਸ ਬੁਰਕੇ ਵਾਲੀ ਔਰਤ ਨੇ ਸੁਚੇਤ ਵੀ ਕੀਤਾ ਸੀ, ਇਹ ਅੱਛੇ ਆਦਮੀ ਨਹੀਂ, ਪੁਲਿਸ ਕੇਸ ਚਲਤੇ ਹੈ ਇਨ ਪਰ। ਇੱਕੋ ਵਾਕ ਸੀ ਜਿਹੜਾ ਉਹਨੇ ਸਾਂਝਾ ਕੀਤਾ ਸੀ 15 ਦਿਨਾਂ 'ਚ। ਮੇਰੇ ਵਾਂਗ ਮੋਹਣੇ ਨੇ ਵੀ ਉਹਨਾਂ ਨੂੰ ਸ਼ਾਇਦ ਹੀ ਕਦੇ ਬੁਲਾਇਆ ਹੋ, ਬਸ ਦੇਖ ਦਿਖਾਈ ਚੱਲਦੀ ਸੀ, ਉਹ ਵੀ ਸੰਗਦੇ। ਗੱਲ ਮੁਕਾਓ, ਉਹਨਾਂ ਗੁੰਡਿਆਂ ਨੇ ਸਾਨੂੰ ਬਸੰਤ ਵਿਹਾਰ ਤੋਂ ਅੱਗੇ ਇੱਕ ਬੰਦ ਪਈ ਮਿੱਲ 'ਚ ਬੰਦਾ ਦਿਖਾਤਾ, ਮੋਟਾ ਜਿਹਾ ਲਾਲਾ। ਇਸ ਮਿੱਲ ਦੀ ਸਿਰਫ 4 ਦੀਵਾਰੀ ਬਾਕੀ ਰਹਿੰਦੀ ਸੀ, ਬਾਕੀ ਕਰੀਬ ਢਹਿ ਪਈ ਸੀ। ਬੰਦਾ ਮੋਟਾ ਤਾਜ਼ਾ ਸੀ, ਆਪਣੇ ਗੱਦੀ ਕੁੱਤੇ ਨਾਲ ਸ਼ਾਮ ਨੂੰ ਸੈਰ ਕਰਨ ਆਉਂਦਾ। ਕੰਮ ਸੀ ਲੱਤਾਂ ਭੰਨਣੀਆਂ, ਮਤਲਬ ਕੁੱਟ ਮਾਰ ਕਰਨੀ ਸੀ, ਜਾਨ ਤੋਂ ਨਹੀਂ ਸੀ ਮਾਰਨਾ। ਇੱਕ ਵਾਰ ਤਾਂ ਅਸੀਂ ਫੇਰ ਸੋਚਣ ਲੱਗ ਪਏ। ਮੋਹਣੇ ਨੇ ਨਾ ਕਰਨ ਦੀ ਸਲਾਹ ਵੀ ਦਿੱਤੀ, ਸ਼ਾਇਦ ਉੱਪਰੋਂ ਹੀ ਦਿੱਤੀ ਸੀ, ਪਰ ਮੇਰੇ 'ਚ ਬੈਠਾ ਕੜਮ ਚੌਧਰੀ ਉੱਠਿਆ ਅਤੇ ਮੈਨੂੰ ਕਹਿੰਦਾ, ਯਾਰ ਡਰਦਾ ਕਿਉਂ ਹੈ? ਸ਼ੇਰ ਦਾ ਮੁੰਡਾ ਤੂੰ, ਚਿੜੀ ਦਾ ਥੋੜ੍ਹੀ ਹੈ। ਅਤੇ ਮੈਂ ਹਰ ਵਾਰ ਦੀ ਤਰ੍ਹਾਂ ਹਾਰ ਗਿਆ। ਆਪਣੇ ਮਨੀ ਰਾਮ ਅੱਗੇ ਹੋ ਗਏ ਤਿਆਰ ਪੈਸੇ ਲੈ ਕੇ ਗੁੰਡਾਗਰਦੀ ਕਰਨ ਲਈ। ਅੱਧੇ ਪੈਸੇ ਅਸੀਂ ਪਹਿਲਾਂ ਕਰ ਲਏ, ਅੱਧੇ ਕੰਮ ਹੋਣ ਤੋਂ ਬਾਅਦ। ਇੱਕ ਵਾਰ ਤਾਂ ਜਦੋਂ ਉਹਨੇ ਪੈਸੇ ਪਹਿਲਾਂ ਦੇਣ ਦੀ ਗੱਲ ਮੰਨੀ ਤਾਂ ਦਿਮਾਗ 'ਚ ਆਇਆ ਵੀ ਬਿਨਾਂ ਮਾਰ ਕਰੇ ਭੱਜ ਜਾਂਦੇ ਆ। ਮੈਂ ਮੋਹਣੇ ਨੂੰ ਕਿਹਾ ਵੀ, ਪਰ ਉਹਨੇ ਅੱਗੋਂ ਡਰਾਤਾ, ਕਹਿੰਦਾ ਇਹਨਾਂ ਦੇ ਬੰਦੇ ਆਏ ਨਹੀਂ ਭੱਜਣ ਦਿੰਦੇ, ਰਹਿਣ ਦੇ, ਹੋਰ ਕਸੂਤੇ ਫਸ ਜਾਣਗੇ। ਉਹ ਸਿਆਣਪ ਦਿਖਾਉਂਦਾ ਅੱਗੇ ਬੋਲਿਆ, ਉਹਨਾਂ ਦਾ ਰਿਕਾਰਡ ਹੋਊ ਪੁਲਿਸ ਕੋਲ, ਆਪਾਂ ਨੂੰ ਕਿਹੜਾ ਕੋਈ ਜਾਣਦਾ, ਤਾਂ ਕਰਕੇ ਆਪਣੀਆਂ ਮਿੰਨਤਾਂ ਕਰਦੇ ਨੇ। ਅਸੀਂ ਚੱਲ ਪਏ ਉਹਨਾਂ ਦਾ ਯਾਮਾ ਲੈ ਕੇ ਬੰਦੇ ਨੂੰ ਕੁੱਟਣ। ਤੁਰਨ ਲੱਗਿਆਂ ਦੇ ਪੈਸੇ ਉਹਨੇ ਮੇਰੀ ਕਮੀਜ਼ ਦੀ ਜੇਬ 'ਚ ਪਾ ਦਿੱਤੇ। ਪੈਸਿਆਂ ਨੇ ਦਿਲ ਨਿੱਗਰ ਕਰਤੇ। ਫੀਲਿੰਗ ਫਿਲਮੀ ਚੱਕ ਲਈ ਬਈ ਬਹੁਤ ਪੈਸੇ ਵਾਲੇ ਬਣ ਸਕਦੇ ਹਾਂ ਇਸ ਕੰਮ 'ਚ। ਫਿਰ ਸੋਚਦਾ ਨਹੀਂ, ਮੈਂ ਤਾਂ ਕਬੱਡੀ ਖੇਡਣੀ ਆ, ਉਸੇ ਬੇਸ 'ਤੇ ਨੌਕਰੀ ਕਰਨੀ ਆ, ਬਸ ਇੱਥੋਂ ਨਿਕਲ ਜਾਵਾਂ ਇੱਕ ਵਾਰੀ। ਮੋਹਣੇ ਨੂੰ ਸ਼ਾਰਟਕੱਟ ਮੈਥੋਂ ਵੀ ਜ਼ਿਆਦਾ ਪਸੰਦ ਸੀ। ਉਹਨੇ ਤਾਂ ਫੌਜਣ ਦੇ ਦਫ਼ਤਰ ਖੋਲ੍ਹਣ ਦੇ ਆਫਰ ਨੂੰ ਵੀ ਝਟ ਕਬੂਲ ਕਰ ਲਿਆ ਸੀ। ਕਹਿੰਦਾ ਸੀ, ਮੰਗੇ ਕਿੰਨਾ ਚਿਰ ਨੌਕਰੀ ਕਰਾਂਗੇ, ਕੁਛ ਨਹੀਂ ਬਣਨਾ 4-5 ਹਜ਼ਾਰ 'ਚ। ਨੌਕਰੀ ਦੇਣ ਵਾਲੇ ਬਣਦੇ ਆ, ਬਥੇਰੇ ਬੇਰੁਜ਼ਗਾਰ ਨੇ ਪੰਜਾਬ 'ਚ, ਪੈਸੇ। ਹਰੇਕ ਬੰਦੇ ਮਗਰ 2,000 ਵਿਹਲੇ ਬੈਠਿਆਂ ਨੂੰ ਬਚਣ 'ਤੇ ਆ। ਜੇ ਮੈਂ ਨਾ ਰੋਕਦਾ, ਉਹ ਤਾਂ ਉੱਦਣ ਵੀ ਤਿਆਰ ਸੀ। ਅਸੀਂ ਜੇਬ 'ਚ ਪਾ ਕੇ ਪੈਸੇ, ਹੱਥ 'ਚ ਫੜ ਕੇ ਬੇਸਬਾਲ ਸਲੱਗਰ ਉਸ ਪਾਰਕ ਵਰਗੀ ਮਿੱਲ 'ਚ ਵੜ ਗਏ। ਇੱਕ ਤਾਂ ਉੱਥੇ 3-4 ਮੁੰਡੇ ਘੁੰਮਣ, ਦੂਜਾ ਉਹਦਾ ਕੁੱਤਾ ਬੜਾ ਨਰੋਆ। ਹੁਣ ਅਸੀਂ ਉਹਨਾਂ ਮੁੰਡਿਆਂ ਦੇ ਉੱਥੋਂ ਚਲੇ ਜਾਣ ਦੀ ਉਡੀਕ 'ਚ ਖੜ੍ਹੇ ਸੀ ਅਤੇ ਕੁੱਤੇ ਬਾਰੇ ਸੋਚ ਹੀ ਰਹੇ ਸੀ। ਬਿਨਾਂ ਕੰਮ ਕਰੇ ਵਾਪਸੀ ਦਾ ਰਸਤਾ ਅਸੀਂ ਉਹਨਾਂ ਕੋਲ ਫੁਕਰੀਆਂ ਮਾਰ ਕੇ ਆਪ ਹੀ ਬੰਦ ਕਰ ਰਹੇ ਸੀ ਵੀ ਇਹੋ ਜਿਹਾ ਲਾਲਾ ਤਾਂ ਅਸੀਂ ਪਟਿਆਲੇ ਬਿਨਾਂ ਪੈਸਿਆਂ ਤੋਂ ਹੀ ਕੁੱਟ ਦਿੰਦੇ ਹਾਂ, ਵਗੈਰਾ। ਪਤਾ ਨਹੀਂ ਕਿਉਂ ਮੈਨੂੰ ਕੁੱਤੇ ਤੋਂ ਡਰਨਾ ਬੜਾ ਬੇਇੱਜ਼ਤੀ ਭਰਿਆ ਲੱਗਦਾ ਹੈ।
ਉਦੋਂ ਬਾਪੂ ਜੀ ਦੀ ਉਹ ਗੱਲ, ਕਿਤੇ ਸ਼ੇਰ ਦੀ ਰਾਖੀ ਵੀ ਕੁੱਤੇ ਕਰਦੇ ਹੁੰਦੇ ਆ, ਬੜੀ ਦਲੇਰੀ ਦਿੰਦੀ ਰਹਿੰਦੀ। ਇੱਕ ਵਾਰੀ ਸਾਡੇ ਗੁਆਂਢੀਆਂ ਦੇ ਮੁੰਡੇ ਰਮਜ਼ਾਨ ਨੇ ਬਾਪੂ ਨੂੰ ਪੁੱਛ ਲਿਆ, ਸ਼ੇਰ ਬਾਪੂ ਤੁਸੀਂ ਨਹੀਂ ਕੋਈ ਕੁੱਤਾ ਰੱਖਿਆ ਕਦੇ? ਉਹ ਬਾਪੂ ਜੀ ਨੂੰ ਬੁਲਾਉਣ ਲੱਗੇ ਸ਼ੇਰ ਬਾਪੂ। ਕਹਿੰਦਾ ਸੀ ਤਾਂ ਬਾਪੂ ਜੀ ਨੇ ਬੜਾ ਸਹਿਜ ਸੁਭਾਅ ਜਵਾਬ ਦਿੱਤਾ, ਓਏ ਟੌਂਡੇ, ਕੁੱਤੇ ਤਾਂ ਗਿੱਦੜ ਰੱਖਦੇ ਹੁੰਦੇ ਨੇ, ਸ਼ੇਰ ਆਪਦੀ ਰਾਖੀ ਲਈ ਕੁੱਤੇ ਰੱਖਦਾ ਕੀ ਚੰਗਾ ਲੱਗਦਾ ਹੈ। ਇਹ ਡਾਇਲਾਗ ਮੈਨੂੰ ਬਹੁਤ ਪ੍ਰਭਾਵਿਤ ਕਰਦਾ ਰਿਹਾ। ਮੈਂ ਵੀ ਤਾਂ ਸ਼ੇਰ ਦਾ ਪੁੱਤ ਹਾਂ ਵਾਲੀ ਫੀਲਿੰਗ ਚੱਕਦਾ ਰਿਹਾ। ਇਸ ਲਈ ਕੁੱਤੇ ਦੀ ਜ਼ਿੰਮੇਵਾਰੀ ਮੈਂ ਲੈ ਲਈ। ਜਦੋਂ ਮੁੰਡੇ ਉੱਥੋਂ ਖਿਸਕ ਗਏ, ਮੈਂ ਤੇ ਮੋਹਣਾ ਮੇਲੇ 'ਚ ਵੜ ਕੇ ਕੰਧ ਕੋਲ ਖੜ ਗਏ। ਸੈੱਟ ਜੇ ਹੋ ਕੇ ਇੱਕ ਦੂਜੇ ਨਾਲ ਕਰਕੇ ਕਰਾਰ ਹੋ ਗਏ ਤਿਆਰ। ਉਹ ਜੇ ਦੂਰ ਸੀ ਸਾਡੇ ਤੋਂ ਕੋਈ 50-60 ਮੀਟਰ। ਮੈਂ ਆਖਿਆ, ਮੋਹਣੇ, ਮੈਂ ਕੁੱਤੇ ਦਾ ਪਟਾ ਉਹ ਤੋਂ ਖੋਹ ਕੇ ਕੰਧ 'ਤੇ ਚੜ੍ਹ ਜਾਊ। ਆਹ ਪੱਥਰ 'ਤੇ ਪੈਰ ਧਰ ਕੇ, ਫਿਰ ਕੰਧ ਉੱਤੇ ਥੋੜ੍ਹਾ ਪਰੇ ਨੂੰ ਹੋ ਜਾਊ। ਪਟੇ ਨੂੰ ਕੱਸ ਕੇ ਰੱਖੋ, ਨਾ ਤੇਰੇ ਕੋਲ ਆਉਣ ਦੇਣਾ, ਨਾ ਉੱਪਰ ਚੜ੍ਹਨ ਦੇਣਾ। ਤੂੰ ਜਦ ਨੂੰ ਬੁੜਾ ਫੈਂਟ ਦੀ। ਲਓ ਜੀ, ਅਸੀਂ ਕਰਿਆ ਵੀ ਐਵੇਂ। ਪਰ ਜਦੋਂ ਮੈਂ ਕੁੱਤੇ ਨਾਲ ਕੰਧ 'ਤੇ ਖੜ੍ਹਾ ਜਦੋਜਹਿਦ ਕਰ ਰਿਹਾ ਸੀ ਤਾਂ ਉਹਨੂੰ ਖਿੱਚਦਾ ਦੂਜੇ ਪਾਰ ਡਿੱਗ ਪਿਆ। ਪਰ ਕੁੱਤੇ ਦਾ ਪਟਾ ਫੜੀ ਰੱਖਿਆ, ਛੱਡਿਆ ਨਾ। ਉਧਰ ਮੋਹਣੇ ਨੇ ਉਸ ਲਾਲੇ ਦੇ ਰਿੰਗ ਪਾਤੇ, ਉਹ ਵੀ ਫਿਲਮੀ ਗੁੰਡਿਆਂ ਵਾਂਗ। ਕਮੀਜ਼ ਖੋਲ੍ਹ ਕੇ ਉਹਨੇ ਲੱਕ ਨੂੰ ਬੰਨ੍ਹ ਲਈ, ਨਾਲੇ ਕੁੱਟੀ ਗਿਆ, ਨਾਲੇ ਆਪਣੀ ਬੋਡੀ ਦੇਖੀ ਗਿਆ। ਲਾਲਾ ਤਾਂ ਵਿਚਾਰਾ ਇੰਨਾ ਮੋਟਾ ਸੀ ਵੀ ਉਹ ਤੋਂ ਤਾਂ ਕੋਸ਼ਿਸ਼ ਵੀ ਨਹੀਂ ਹੋਈ ਭੱਜਣ ਦੀ। ਅਤੇ ਜਦੋਂ ਮੋਹਣਾ ਬੇਸਬਾਲ ਮਾਰ ਰਿਹਾ ਸੀ ਤੇ ਮੈਂ ਬੜਾ ਹੈਰਾਨ, ਬਈ ਉਹ ਇਹ ਕਿਉਂ ਬੋਲ ਰਿਹਾ, ਹੁਣ ਮਾਰੇਗਾ ਸਾਡੇ ਮੁੰਡੇ 'ਚ ਗੱਡੀ, ਹੁਣ ਕੱਢੇਗਾ ਗਾਲ। ਅਤੇ ਮੈਂ ਸੋਚਿਆ ਇਹਦਾ ਕੋਈ ਪੈਂਤਰਾ ਹੋਊ, ਕਿਉਂਕਿ ਉਹਦਾ ਦਿਮਾਗ ਬਹੁਤ ਫਿਲਮੀ ਹੈ। ਅਸੀਂ ਉੱਥੋਂ ਨਿਕਲ ਆਏ। ਆਉਂਦਾ ਮੋਹਣਾ ਇੱਕ ਸਲੱਗਰ ਕੁੱਤੇ ਦੇ ਵੀ ਧਾਰ ਆਇਆ, ਨਾਲੇ ਉਹਨੂੰ ਹੈ ਆ ਹੁਣ ਘਰ ਚੌਂ ਕਹਿ ਕੇ ਮੁੜਿਆ। ਸਾਡੀ ਫੀਲਿੰਗ ਹੀਰੋਆਂ ਵਾਲੀ ਸੀ। ਕਿਤੇ ਕਿਤੇ ਆਏ ਜਿਹਾ ਵੀ ਮਹਿਸੂਸ ਹੁੰਦਾ ਸੀ ਬਈ ਲਾਲਾ ਨਜਾਇਜ਼ ਕੁੱਟਿਆ ਗਿਆ। ਗਲਤ ਗੱਲ ਹੈ। ਫਿਰ ਪੈਸੇ ਦੇਖ ਮਨ ਕੈੜਾ ਕਰ ਲੈਂਦੇ। ਘਰੋਂ ਤੁਰਨ ਲੱਗੇ ਬੀਬੀ ਨੇ ਮੈਨੂੰ ਦੱਸਤਾ ਸੀ ਵੀ ਤੇਰਾ ਬਾਪੂ ਪੈਸੇ ਵਿਆਜ 'ਤੇ ਫੜ ਕੇ ਲਿਆਇਆ। ਪੈਸੇ ਦੀ ਕਮਜ਼ੋਰੀ ਨੈਤਿਕਤਾ ਵਾਲੀ ਚਿੜੀ ਨੂੰ ਦਾਣੇ ਜ਼ਿਆਦਾ ਦੇਰ ਨਹੀਂ ਪਾਉਣ ਦਿੰਦੀ ਹੁੰਦੀ। ਅਤੇ ਜਦੋਂ ਅਸੀਂ ਆਪਣੇ ਕਮਰੇ ਵੱਲ ਜਾ ਰਹੇ ਸੀ ਤਾਂ ਉਹ ਜਿਹੜਾ ਦੂਜਾ ਥੋੜ੍ਹੀ ਉਮਰ ਦਾ ਮੁੰਡਾ ਸੀ, ਤਿਆਗੀ ਦੇ ਨਾਲ ਦਾ, ਉਹ ਸਾਡੇ ਕੋਲੋਂ ਦੀ ਮੋਟਰਸਾਈਕਲ 'ਤੇ ਲੰਘਦਾ ਹੋਇਆ ਰਜਤ ਸਟੀਲ ਮੇ ਮਿਲਤੇ ਹੈ ਕਹਿ ਕੇ ਅੱਗੇ ਨਿਕਲ ਗਿਆ। ਉਹ ਕੰਮ ਮੁਕਾ ਕੇ ਉਹਨਾਂ ਦੇ ਚੁਬਾਰੇ ਮਿਲਣ ਦੀ ਗੱਲ ਹੋਈ ਸੀ। ਮੋਹਣੇ ਨੂੰ ਮੈਂ ਕਿਹਾ, ਛੱਡ ਪਰੇ, 10,000 ਮਿਲ ਗਿਆ, ਘਰ ਨੂੰ ਚੜ੍ਹ ਜਾਂਦੇ ਹਾਂ। 7 ਵਜੇ ਹਾਵੜਾ ਮਿਲ ਜਾਂਦੀ ਹੈ ਪੰਜਾਬ ਨੂੰ। ਪਰ ਕਿੱਥੇ, ਉਹਦੇ ਮਨ 'ਚ ਉਦੋਂ ਅਮੀਰ ਬਣਨ ਦੀ ਲਾਲਸਾ ਸੀ। ਉਹ ਕਹਿ ਮੈਨੂੰ ਇਹ ਹੋ ਰਿਹਾ ਸੀ ਵੀ ਆਪਾਂ ਹੁਣ ਚਲੇ ਜਾਣਾ ਪੰਜਾਬ, ਪਰ ਅਜੇ ਤਾਂ ਇਸ ਮੁਸੀਬਤ 'ਚੋਂ ਨਿਕਲਣ ਦਾ ਚੈਲੰਜ ਸੀ। ਅਤੇ ਜਦੋਂ ਅਸੀਂ ਆਪਣੇ ਕਮਰੇ 'ਚੋਂ ਬੈਗ ਚੁੱਕੇ ਤਾਂ ਉਸ ਬੁਰਕੇ ਵਾਲੀ ਜਨਾਨੀ ਨੇ ਦੱਸਿਆ ਕਿ ਰਾਜਨ ਤਿਆਗੀ ਦੇ ਲੱਤ 'ਚ ਗੋਲੀ ਵੱਜੀ। ਸਾਤੋਂ ਪੁੱਛਿਆ ਵੀ ਨਾ ਗਿਆ ਕਿ ਵੱਜੀ ਕਿਵੇਂ। ਅਸੀਂ ਘਬਰਾ ਗਏ, ਪਰ ਉਹ ਆਪ ਹੀ ਬੋਲੀ, ਦੇਸੀ ਕੱਟਾ ਆਪਣੇ ਆਪ ਚੱਲ ਗਿਆ, ਸਾਲਾ ਨਮਰਦ ਬਣ ਗਿਆ। ਉਹਦੇ ਦੱਸਣ ਤੋਂ ਪਤਾ ਚੱਲਦਾ ਸੀ ਕਿ ਉਹਨੂੰ ਗੋਲੀ ਵੱਜਣ ਦੀ ਖੁਸ਼ੀ ਹੈ। ਤਿਆਗੀ ਡੱਬ 'ਚ ਟੰਗਿਆ ਆਪਣਾ ਪਿਸਤੌਲ ਜਾਣ-ਬੁੱਝ ਕੇ ਸਾਨੂੰ ਦਿਖਾਉਂਦਾ ਰਹਿੰਦਾ ਸੀ, ਪੱਲਾ ਜਿਹਾ ਚੱਕ ਕੇ। ਅਸੀਂ ਘਬਰਾਏ ਹੋਇਆਂ ਨੇ ਉਹ ਥੱਪੇ ਦਾ ਅਟੈਚੀ ਤਾਂ ਚੱਕ ਲਿਆ, ਪਰ ਮੇਰੇ ਵਾਲਾ ਬੈਗ ਭੁੱਲ ਆਏ। ਉਹਨਾਂ ਦਾ ਯਾਮਾ ਸਟੇਸ਼ਨ 'ਤੇ ਖੜ੍ਹਾ ਕੇ ਬਿਨਾਂ ਟਿਕਟ ਲਈ ਚੜ੍ਹ ਗਏ ਹਾਵੜਾ ਮੇਲ। ਚੰਗੀ ਕਿਸਮਤ ਨੂੰ ਗੱਡੀ ਵੀ ਤੁਰ ਪਈ। ਮੋਹਣੇ ਨੇ ਯਾਮੇ ਦੀ ਚਾਬੀ ਵੀ ਮਾਰੀ ਵਗਾ ਕੇ ਇੱਕ ਪੁਲਿਸ ਵਾਲੇ ਨੂੰ ਦੇਖ ਕੇ, ਅਤੇ ਮੈਂ ਅਟੈਚੀ ਵੀ ਮਾਰਿਆ ਪਲੇਟਫਾਰਮ ਦੇ ਦੂਜੇ ਪਾਸੇ। ਮਸਾਂ ਜਾਨ ਬਚੀ। ਸੱਚੀਓ ਜਾਨਵਰਾਂ ਤੋਂ ਵੀ ਵੱਧ ਜਾਨਵਰ ਸੀ ਅਸੀਂ। ਕੋਈ ਮੰਜ਼ਿਲ ਨਹੀਂ, ਬਸ ਤੁਰ ਪਏ ਜਿੱਧਰ ਮੂੰਹ ਹੋ ਗਿਆ। ਅਗਲਾ ਕਾਂਡ ਹੈ ਪਹਿਲਾ ਕਬਜ਼ਾ। ਦਿੱਲੀ ਤੋਂ ਨਵੇਂ ਤਜਰਬੇ ਹਾਸਲ ਕਰ ਅਸੀਂ ਪੰਜਾਬ ਆ ਗਏ। ਤਜਰਬੇ ਵੀ ਕਾਹਦੇ, ਜਾਨ ਹੀ ਬਚੀ ਸੀ। ਸਵੇਰੇ ਪਟਿਆਲੇ ਤੋਂ ਪਿੰਡ ਤੱਕ ਬੱਸ 'ਚ ਜਾ ਰਹੇ ਸੀ, ਵਿੱਚ ਤੋਚੀ ਬੈਠਾ। ਅਸੀਂ ਪੁੱਛਿਆ, ਤੂੰ ਸਵੇਰੇ ਸਵੇਰੇ ਉਰੇ ਨੂੰ ਆਉਣ ਦੀ ਬਜਾਏ ਉਰੋਂ ਜਾ ਰਿਹਾ, ਐਤਵਾਰ ਨੂੰ ਦੱਸ ਤੇਰਾ ਕਿਹੜਾ ਕਾਲਜ ਲੱਗਦਾ, ਕਿ ਦਿਨ ਭੁੱਲ ਕੇ ਆ ਗਏ, ਹੁਣ ਬੰਦ ਕਾਲਜ ਵੇਖ ਕੇ ਵਾਪਸ ਮੁੜਿਆ। ਅਸੀਂ ਸਾਂਝਾ ਨਹੋਰਾ ਮਾਰਿਆ, ਨਾਲੇ ਉੱਠ ਕੇ ਉਹਨੂੰ ਜੱਫੀ ਪਾ ਕੇ ਮਿਲੇ। ਥੋੜ੍ਹੀ ਬਹੁਤ ਫੇਰ ਬਦਲ ਕਰਕੇ ਆਪਣੀ ਵਿਥਿਆ ਸੁਣਾਈ ਅਤੇ ਗਾਲਾਂ ਖਾਧੀਆਂ। ਉਹਨੇ ਰੋਕਿਆ ਬਹੁਤ ਸੀ ਸਾਨੂੰ ਦਿੱਲੀ ਨੂੰ ਜਾਣ ਤੋਂ, ਕਿਹਾ ਸੀ ਐਂ ਨੌਕਰੀਆਂ ਧਰੀਆਂ ਨਹੀਂ ਪਈਆਂ, ਤੁਹਾਨੂੰ ਕੋਈ ਊਂਈ ਨਾ ਬੰਨ੍ਹ ਕੇ ਮਜ਼ਦੂਰ ਬਣਾ ਲਏ। ਅਤੇ ਉਹਨੇ ਕਿਡਨੀ ਕੱਢ ਕੇ ਵੇਚਣ ਦਾ ਡਰਾਵਾ ਵੀ ਦਿੱਤਾ ਸੀ। ਮਜ਼ਾਕ ਉਡਾਉਣ ਤੋਂ ਬਾਅਦ ਉਹਨੇ ਸ਼ੁਕਰ ਮਨਾਇਆ ਅਤੇ ਆਪਣੀ ਗੱਲ ਮੂਹਰੇ ਰੱਖਤੀ, ਯਾਰ ਆਹ ਗੁਰਥਲੀ ਵਾਲੀ ਜ਼ਮੀਨ ਦਾ ਕਬਜ਼ਾ ਲੈਣਾ। ਰਾਮਵੀਰਾ ਬਾਪੂ ਹੋਰਾਂ ਨਾਲ ਮੁਲਾਕਾਤ ਕਰਕੇ ਆਇਆ। ਉਹ ਕਹਿੰਦੇ ਵਕੀਲ ਦੀ ਸਲਾਹ ਹੈ ਵੀ ਕਬਜ਼ਾ ਤੁਹਾਡੇ ਕੋਲ ਹੋਣਾ ਚਾਹੀਦਾ। ਉੱਥੇ ਜਿਹੜੇ ਦਰਖਤ ਉੱਗੇ ਹੋਏ ਨੇ ਵੱਢ ਕੇ ਕੋਈ ਫਸਲ ਵਗੈਰਾ ਬੀਜ ਦਿਓ। ਮੈਂ ਤਾਂ ਪੀਰ ਜੈਨ ਵਾਲੇ ਸੱਤੇ ਹੋਰਾਂ ਕੋਲ ਜਾ ਕੇ ਆਇਆ, ਪਰਸੋਂ ਨੂੰ ਕਰਦੇ ਹਾਂ ਕੰਮ। ਅਗਲੇ ਹਫ਼ਤੇ ਤਾਂ ਤਰੀਕ ਹੈ ਕੇਸ ਦੀ। ਉਹਨੇ ਪੂਰੀ ਗੱਲ ਇੱਕੋ ਸਾਹ 'ਚ ਸੁਣਾਈ ਸੀ। ਤੋਚੀ ਦਾ ਬਾਪੂ ਜੇਲ੍ਹ 'ਚ ਸੀ ਕਤਲ ਦੇ ਕੇਸ 'ਚ। ਇਸ ਜ਼ਮੀਨ ਨੇ ਉਦੋਂ ਤੱਕ 2 ਬੰਦੇ ਮੁਕਾ ਛੱਡੇ ਸੀ। ਅਜੇ ਵੀ ਕਹਾਣੀ ਕਿਹੜਾ ਮੁੱਕੀ ਸੀ। ਤੋਚੀ ਦਾ ਤਾਇਆ ਵੀ ਇਸੇ ਰੌਲੇ 'ਚ ਕਤਲ ਹੋਇਆ ਸੀ।
ਪਰ ਹੁਣ ਕਈ ਸਾਲ ਤੋਂ ਉੱਥੇ ਕਿਸੇ ਦਾ ਕਬਜ਼ਾ ਨਹੀਂ ਸੀ। ਕਈ ਦਰਖਤ ਉੱਗ ਚੁੱਕੇ ਸੀ, ਝਾੜਾਂ ਬੰਦੇ ਨਾਲੋਂ ਵੱਡੀਆਂ ਹੋ ਚੁੱਕੀਆਂ ਸੀ। ਤੋਚੀ ਹੋਰਾਂ ਬਾਰੇ ਪਿੰਡ 'ਚ ਇੱਕ ਗੱਲ ਮਸ਼ਹੂਰ ਹੈ ਕਿ ਜਿਵੇਂ ਕਿਸੇ ਦਾ ਵੈਲੀ ਮੁੰਡਾ ਆਉਂਦਾ ਵੇਖ ਸ਼ਰੀਫ ਕੁੜੀਆਂ ਨੀਵੀਂ ਪਾ ਲੈਂਦੀਆਂ ਨੇ, ਉਵੇਂ ਤੋਚੀ ਕੇ ਘਰ ਦੀ ਕੋਈ ਔਰਤ ਦੇਖ ਕੇ ਬੜੇ ਬੜੇ ਨਾਢੂ ਖਾਂ ਕਹਾਉਂਦੇ ਅੱਖ ਨਹੀਂ ਚੱਕਦੇ। ਇੰਨਾ ਭੈ ਖਾਂਦੇ ਨੇ, ਰਸਤਾ ਛੱਡ ਕੇ ਖੜ ਜਾਂਦੇ ਨੇ। ਮੈਂ ਤੇ ਮੋਹਣਾ ਦਿੱਲੀ ਤੋਂ ਪਟਿਆਲੇ ਤੱਕ ਕਿੰਨੀ ਵਾਰ ਕੰਨਾਂ ਨੂੰ ਹੱਥ ਲਾ ਚੁੱਕੇ ਸੀ ਬਈ ਲੜਾਈ ਪੜ੍ਹਾਈ ਵਾਲੇ ਪਾਸੇ ਨਹੀਂ ਤੁਰਨਾ। ਮਸਾਂ ਤਾਂ ਬਚ ਕੇ ਆਏ ਸੀ, ਨਹੀਂ ਤਾਂ ਗੁੰਡੇ ਬਣ ਚੱਲੇ ਸੀ। ਪਰ ਤੋਚੀ ਦੀਆਂ ਗੱਲਾਂ ਸੁਣ ਕੇ ਮੇਰੇ ਵਿਚਲਾ ਤੱਤ ਤਾਂ ਹੋ ਗਿਆ ਤੱਤਾ। ਮੈਂ ਆਖਿਆ ਠੀਕ ਆ ਬਾਈ, ਉਹਨੂੰ ਦੱਸਾਂਗੇ ਕਬਜ਼ਾ ਕਿਵੇਂ ਲਈਦਾ, ਸਾਲਿਆਂ ਨੂੰ ਖੇਤ 'ਚ ਹੀ ਘੜੀਸਾਂਗੇ। ਚਮਕੌਰ ਨੇ ਇੱਕ ਬੰਦੇ ਕੋਲ ਸੁਨੇਹਾ ਭੇਜਿਆ ਸੀ ਕਿ ਇੱਕ ਪਿਓ ਦੀ ਔਲਾਦ ਨੇ ਤਾਂ ਜ਼ਮੀਨ 'ਚ ਪੈਰ ਧਰ ਕੇ ਦਿਖਾਉਣ। ਚਮਕੌਰ ਜਿਨ੍ਹਾਂ ਨਾਲ ਝਗੜਾ ਸੀ। ਘਰ ਪਹੁੰਚ ਕੇ ਮੈਂ ਜ਼ਿਆਦਾ ਕੁਛ ਨਾ ਦੱਸਿਆ, ਨਾ ਬੀਬੀ ਹੋਰਾਂ ਨੇ ਪੁੱਛਿਆ। ਬਸ ਜਦੋਂ ਦੱਸਿਆ ਉਹ ਦੁਬਾਰਾ ਬੁਲਾਉਣਗੇ ਮਹੀਨੇ ਤੱਕ ਤਾਂ ਕਹਿੰਦੇ ਕੋਈ ਨਾ। ਨਾ ਅਫਸੋਸ ਤੇ ਨਾ ਕੋਈ ਚਾਅ ਚੜ੍ਹਾਇਆ। ਮੈਨੂੰ ਅਜੇ ਹੈਗਾ ਸੀ ਵੀ ਕੀ ਜਵਾਬ ਦੇਊਂਗਾ। ਪਹਿਲੀ ਨੌਕਰੀ ਉਹ ਵੀ ਸਫਲ ਨਹੀਂ ਹੋਈ। ਕਬਜ਼ੇ 'ਤੇ ਜਾਣ ਵੇਲੇ ਮੈਂ ਪਿੰਡੋਂ ਸਿਰਫ ਹੈਰੀ ਨੂੰ ਪੁੱਛਿਆ ਸੀ ਜਾਣ ਲਈ, ਪਰ ਉਹ ਕਿਤੇ ਹੋਰ ਜਾਣ ਲਈ ਤਿਆਰ ਹੋ ਰਿਹਾ ਸੀ। ਉਦਣ ਅਸੀਂ ਤੋਚੀ ਕੇ ਡੰਗਰਾਂ ਵਾਲੇ ਵਾੜੇ 'ਚ ਇਕੱਠੇ ਹੋ ਰਹੇ ਸੀ, 25-30 ਜਣੇ। ਪੀਰ ਜੈਨੀਆਂ ਸੱਤਾ ਲੈ ਆਇਆ। ਬਾਕੀ ਆਲੇ ਦੁਆਲੇ ਤੋਂ ਕੁੱਲ ਮਿਲਾ ਕੇ 40-45 ਜਣੇ ਹੋਵਾਂਗੇ। ਕੁਝ ਕੁ ਨੇ ਅਫੀਮ ਘੋਲ ਕੇ ਚਾਹ ਪੀਤੀ ਤੇ ਸੱਤੇ ਹੋਰਾਂ ਨੇ ਚਾਹ ਦੇ ਗਲਾਸਾਂ 'ਚ ਫੈਂਸੀਆਂ ਪਾ ਕੇ ਅੱਖਾਂ ਖੜੀਆਂ ਕਰੀਆਂ। ਮੈਨੂੰ ਕਈ ਜਣਿਆਂ ਨੇ ਜ਼ੋਰ ਪਾਇਆ ਬਈ ਹੋ ਜਾ ਕਾਇਮ, ਖਾ ਲੈ ਭੋਰਾ। ਸੱਤੇ ਨੇ ਤਾਂ ਇੱਕ ਪਾਸੇ ਨੂੰ ਕਰਕੇ ਇੱਕ ਬੜੀ ਸ਼ੀਸ਼ੀ ਫੜਾ ਵੀ ਦਿੱਤੀ ਸੀ ਤੇ ਮੈਂ ਨਾ ਉਹ ਪੀਤੀ ਨਾ ਸੁੱਟੀ, ਜੁਰਾਬਾਂ 'ਚ ਲੁਕੋ ਲਈ। ਮੇਰਾ ਉਹ ਪਹਿਲਾ ਕਬਜ਼ਾ ਸੀ, ਪਰ ਡਰ ਦੀ ਬਜਾਏ ਚਾਅ ਚੜ੍ਹਿਆ ਹੋਇਆ ਸੀ। ਕਰੀਬ ਸਾਰੇ ਜਣੇ ਇੱਕ ਦੂਜੇ ਦੇ ਚੰਗੇ ਦੋਸਤ। ਹਾਸਾ ਮਜ਼ਾਕ ਉਵੇਂ ਚੱਲ ਰਿਹਾ ਸੀ ਜਿਵੇਂ ਬਰਾਤ ਚੜ੍ਹਨ ਤੋਂ ਪਹਿਲਾਂ ਇੱਕ ਦੂਜੇ 'ਤੇ ਤਵੇ ਲਗਾ ਹੱਸਦੇ ਹੁੰਦੇ ਨੇ। ਉਦੋਂ ਤੱਕ ਮੈਨੂੰ ਹੋਰ ਨਸ਼ੇ ਬਹੁਤ ਬੁਰੇ ਲੱਗਦੇ ਸੀ। ਸ਼ਰਾਬ ਵੀ ਕਦੇ-ਕਦੇ ਵਿਆਹ ਸ਼ਾਦੀ 'ਚ ਹੀ ਪੀਂਦਾ ਸੀ। ਫਿਰ ਉਸ ਸ਼ੀਸ਼ੀ ਦਾ ਜੁਰਾਬ 'ਚ ਲੁਕਾਉਣਾ ਮੈਨੂੰ ਮੇਰੇ ਹੀ ਸਮਝ ਨਾ ਆਇਆ, ਜਿਵੇਂ ਨਸ਼ੇ ਪ੍ਰਤੀ ਪਿਆਰ ਜਾਗਿਆ ਹੋਵੇ, ਪਰ ਮੈਂ ਬੇਖਬਰ ਸੀ। ਹੁਣ ਅਸੀਂ ਰਾਮ ਬਲਰਾਮ ਵੀਰੇ ਦੀ ਉਡੀਕ 'ਚ ਬੈਠੇ ਸਕੀਮਾਂ ਘੜ ਰਹੇ ਸੀ ਵੀ ਕਿਹੜਾ ਬੰਦਾ ਕਿਹੜੀ ਡਿਊਟੀ ਦਿਓ। ਉਹਨੇ ਭਾਦਸੋਂ ਥਾਣੇਦਾਰ ਨੂੰ ਮਿਲ ਕੇ ਸਾਨੂੰ ਹਰੀ ਝੰਡੀ ਦੇਣੀ ਸੀ। ਮਾੜੀ ਮੋਟੀ ਲੜਾਈ ਕਬਜ਼ੇ ਨੂੰ ਤਾਂ ਤੋਚੀ ਹੋਰੀ ਆਪ ਹੀ ਨਜਿੱਠ ਲੈਂਦੇ, ਪਰ ਉਸ ਦਿਨ ਕਹਿੰਦੇ ਦੂਜੀ ਧਿਰ ਨੇ ਵੀ ਬਾਹਰੋਂ ਕੋਈ ਗਿਆਨੀ ਗਰੁੱਪ ਸੱਦਿਆ ਹੋਇਆ ਸੀ। ਪਾਤੜਾਂ ਤੋਂ ਅਸਲਾ ਉਸਲਾ ਵੀ ਵਾਹਵਾ ਇਕੱਠਾ ਕਰ ਰੱਖਿਆ ਸੀ। ਘਰੋਂ ਇੱਕ ਚਾਹ ਦੀ ਕੇਨੀ ਤੇ ਇੱਕ ਡੋਲੂ ਘਰ ਦੀ ਕੱਢੀ ਸ਼ਰਾਬ ਦਾ ਦੂਜਾ ਵੀਰਾ ਲੈ ਕੇ ਆ ਗਿਆ ਬਈ ਕੋਈ ਘਾਟ ਨਾ ਰਹਿ ਜਾਏ, ਬੰਦੇ ਪੂਰੇ ਕਾਇਮ ਹੋ ਕੇ ਜਾਣ। ਤੋਚੀ ਦੇ ਵੱਡੇ ਭਰਾ ਰਾਮ ਬਲਰਾਮ ਜੋੜੇ ਹਨ ਤੇ ਮੈਨੂੰ ਅਜੇ ਤੱਕ ਦੋਵਾਂ ਚੋਂ ਇਹ ਨਹੀਂ ਪਤਾ ਲੱਗ ਸਕਿਆ ਰਾਮ ਕੌਣ ਹੈ ਤੇ ਬਲਰਾਮ ਕਿਹੜਾ। ਮੈਂ ਬੁਲਾਉਣ ਲੱਗਿਆ ਰਾਮ ਬਲਰਾਮ ਕਹਿ ਕੇ ਕੰਮ ਸਾਰਦਾ। ਮੈਂ ਤੇ ਮੋਹਣੇ ਨੇ ਤਾਂ ਗੱਲ ਗਸਾ ਜਿਹਾ ਕਰਕੇ ਮਾਰਿਆ ਇੱਕ ਅੰਦਰ। ਦਾਰੂ ਕਾਹਦੀ ਸੀ, ਨਿਰਾ ਪੈਟਰੋਲ ਹੀ ਸੀ। ਤੋਚੀ ਨੇ ਕਿਹਾ ਵੀ ਸੀ ਵੀ ਕੱਢੀ ਹੋਈ ਹੈ, ਬਚਾ ਕੇ ਪੀਓ। ਇੱਕ ਪੈਗ ਪਊਏ ਜਿੰਨਾ ਕੰਮ ਕਰਦਾ ਹੈ। ਮੋਹਣੇ ਨੇ ਘੁੱਟ ਭਰੀ ਤੇ 2-3 ਧੁਰਤੜੀਆਂ ਲਈਆਂ। ਫਿਰ ਸਿਰ ਜਿਹਾ ਝਟਕਦਾ ਬੋਲਿਆ, ਮੰਗੇ ਤੂੰ ਤਾਂ ਸਾਲਿਆ ਸ਼ਰਬਤ ਵਾਂਗੂ ਪੀ ਗਿਆ ਓਏ, ਗੱਟ ਕਰਕੇ ਅੱਖਾਂ ਵੀ ਨਹੀਂ ਮੀਟੀਆਂ, ਨਾ ਤਿਉੜੀ ਪਾਈ ਹੈ, ਤੂੰ ਨਹੀਂ ਬਚਦਾ, ਗੂੜਾ ਸ਼ਰਾਬੀ ਬਣੇਗਾ। ਮੈਂ ਜਦੋਂ ਵੀ ਜਿੰਨੀ ਵੀ ਵਾਰ ਪੈਗ ਲਾਇਆ ਤਾਂ ਕਦੇ ਤਿਉੜੀ ਜਾਂ ਧੁਰਤੜੀ ਨਹੀਂ ਆਉਣ ਦਿੱਤੀ। ਐਵੇਂ ਫੁਕਰੀ ਜਿਹੀ 'ਚ ਕਿਹਾ ਕਰਦਾ ਸੀ ਯਾਰ ਜਿੱਦਣ ਜੱਟ ਨੂੰ ਧੁਰਤੜੀ ਆ ਗਈ ਉਦਣ ਆਖਰੀ ਪੈਗ ਹੋਊ, ਪੀਣੀ ਤਾਂ ਸਵਾਦ ਨਾਲ ਹੀ ਹੈ ਜਿੰਨੀ ਦੇਰ ਪੀਣੀ ਹੈ। ਉਸ ਵਕਤ ਨਹੀਂ ਸੀ ਪਤਾ ਵੀ ਇਹ ਬਹਾਦਰੀ ਨਹੀਂ ਬਰਬਾਦੀ ਹੈ। ਖੈਰ ਬਾਕੀ ਵੀ ਹੁਣ ਗੱਲਾਂ ਸੁਣਾਉਣ। ਰਾਮ ਬਲਰਾਮ ਵੀਰੇ ਹੋਰਾਂ ਨੇ ਵੀ ਆਪਣੀ ਤਿਆਰੀ ਕਰ ਲਈ। 6 ਤਾਂ ਟਰੈਕਟਰ ਖੜ੍ਹੇ ਸੀ, 2-3 ਜੀਪਾਂ, ਬਾਕੀ ਸਕੂਟਰ ਮੋਟਰਸਾਈਕਲ, ਕਿਰਪਾਨਾਂ ਗੰਡਾਸੇ ਸਭ ਸੈੱਟ ਕਰ ਲਏ। ਇੱਕ ਰਾਈਫਲ ਸੀ ਜਿਹੜੀ ਸੱਤੇ ਨੇ ਆਪਣੇ ਕਬਜ਼ੇ 'ਚ ਲੈ ਲਈ। ਸੱਤਾ ਬੇਸ਼ੱਕ ਸਾਡੇ ਨਾਲ 1 ਸਾਲ ਪਟਿਆਲੇ ਵੀ ਪੜ੍ਹਿਆ ਸੀ, ਪਰ ਉਹਨੂੰ ਲੜਾਈ ਝਗੜਿਆਂ ਦਾ ਤਜਰਬਾ ਸਾਡੇ ਤੋਂ ਕਿਤੇ ਜ਼ਿਆਦਾ ਸੀ। ਸਰਹੰਦ 'ਚੋਂ ਪੂਰਾ ਮਸ਼ਹੂਰ ਸੀ। ਸੁੱਖੀ ਸੌਂਡਾ ਗਰੁੱਪ ਨਾਲ ਉਹਨਾਂ ਦੀ ਵੱਢ ਟੁੱਕ ਚੱਲਦੀ ਰਹਿੰਦੀ। ਕਹਿਣ ਤੋਂ ਭਾਵ ਉਹ ਹੰਢਿਆ ਹੋਇਆ ਬਦਮਾਸ਼ ਸੀ। ਰੰਗ ਦਾ ਗੋਰਾ, ਚਿਹਰਾ ਰਾਜ ਬਰਾੜ ਵਰਗਾ, ਕੱਦ 6 ਫੁੱਟ, ਮੂੰਹ ਤੇ ਸਰੀਰ ਤੇ ਕੱਟ ਦੇ ਨਿਸ਼ਾਨ ਉਹਨੂੰ ਹੋਰ ਪ੍ਰਭਾਵਸ਼ਾਲੀ ਬਣਾਉਂਦੇ। ਖਲੀਫੇ ਵਾਲੀਏ ਜੱਗੀ, ਯਾਦੀ ਹੋਰੀ, ਬਾਡੀ ਬਿਲਡਰ ਤੇ ਕਬੱਡੀ ਵਾਲਾ ਬੱਬੂ, ਭਲਵਾਨ, ਪੂਰੇ ਨਰੋਏ ਸੀ ਸਾਰੇ। ਸਾਡੀ ਇੱਕ ਗੱਲ ਸਾਂਝੀ ਸੀ ਕਿ ਸਭ ਕਬੱਡੀ ਖੇਡਦੇ ਜਾਂ ਪਹਿਲਾਂ ਖੇਡ ਚੁੱਕੇ ਸੀ। ਰਾਮ ਬਲਰਾਮ ਤਾਂ ਨੈਸ਼ਨਲ ਪੱਧਰ 'ਤੇ ਚੰਗਾ ਨਾਮ ਖੱਟ ਚੁੱਕੇ ਸੀ। ਸਰੀਰਾਂ 'ਚ ਅੰਨੀ ਜਾਣ ਕਰਕੇ ਹੀ ਅਸੀਂ ਵੱਧ ਅਸਲੇ ਵਾਲੀ ਪਾਰਟੀ ਨਾਲ ਮੱਥਾ ਲਾਉਣ ਚੱਲੇ ਸੀ। ਇੱਥੇ ਤੱਕ ਸਾਨੂੰ ਕੁਛ ਨਹੀਂ ਸੀ ਪਤਾ ਵੀ ਸਾਡੇ ਨਾਲ ਕੀ ਬੀਤਣੀ ਹੈ। ਪੂਰੇ ਚਾਅ ਚੜ੍ਹੇ ਹੋਏ ਸੀ। ਪਤਾ ਨਹੀਂ ਕੀ ਸੀ ਕੀ ਨਹੀਂ, ਡਰ ਹੈ ਹੀ ਨਹੀਂ ਸੀ। ਕੁਛ ਵੀ ਹੋ ਸਕਦਾ ਸੀ। ਸਾਡੇ ਕੋਲ ਸਿਰਫ ਇੱਕ ਬੰਦੂਕ ਤੇ ਵਿਰੋਧੀਆਂ ਕੋਲ ਕਿੰਨੀਆਂ ਹੀ ਸੁਣੀਆਂ ਸੀ। ਕੋਈ ਫਿਕਰ ਨਹੀਂ ਸੀ। ਸੱਤਾ ਯਾਦੀ ਨੂੰ ਕਹਿੰਦਾ, ਯਾਰ ਖਾਜ ਕਰੀ ਢੂਈ 'ਚ। ਉਹਨੂੰ ਸ਼ੀਸ਼ੀਆਂ ਦਾ
ਨਸ਼ਾ ਚੜ੍ਹ ਰਿਹਾ ਸੀ, ਬੜੇ ਮਜ਼ੇ ਨਾਲ ਕਹਿ ਰਿਹਾ ਸੀ, ਬਾਈ ਜ਼ੋਰ ਜ਼ੋਰ ਨਾਲ ਕਰ, ਜਿਵੇਂ ਉਹਦੇ ਝੋਂ ਉੱਠਦੀ ਹੋਵੇ। ਮੈਂ ਆਖਿਆ ਮੇਰੇ ਕੋਲ ਯੰਤਰ ਹੈ, ਮੈਂ ਕਰਾਂ? ਕਹਿੰਦਾ ਮਜ਼ਾਕ ਨਹੀਂ ਭਗਵਾਨਪੁਰੀਆ। ਤੋਚੀ ਹੋਰੀ ਹੱਸ ਪਈ, ਕਹਿੰਦੇ ਕਰਾ ਲੈ ਅਮਲੀਆਂ ਦੇ ਪਿੰਡ ਦੇ ਯੰਤਰ ਵੀ ਖਾਸ। ਓਏ ਮੈਂ ਸੱਚੀ ਕਹਿੰਦਾ, ਆਹ ਦੇਖ ਲੈ, ਫਾੜੇ ਦੇ ਨਾਲ ਕਰ। ਮੈਂ ਹੱਸਦੇ ਨੇ ਕਿਹਾ, ਦਰਅਸਲ ਪਿੰਡੋਂ ਤੁਰਨ ਲੱਗੇ ਹੈਰੀ ਨੇ ਮੈਨੂੰ ਇੱਕ ਕਿਰਚ ਦਿੱਤੀ ਸੀ, ਜਿਹੜੀ ਉੱਪਰੋਂ ਦੇਖਣ ਨੂੰ ਤਾਂ ਲਾੜੇ ਵਾਲੀ ਛਟੀ ਜਿਹੀ ਲੱਗਦੀ ਸੀ, ਪਰ ਜਦੋਂ ਬਾਹਰ ਨੂੰ ਖਿੱਚਦੇ ਤਾਂ ਵਿੱਚੋਂ 1.25 ਫੁੱਟ ਦੀ ਕਿਰਚ ਨਿਕਲ ਆਉਂਦੀ। ਹੈਰੀ ਨੇ ਫੜਾਉਣ ਲੱਗੇ ਕਿਹਾ ਵੀ ਸੀ ਵੀ ਇਹ ਬਹੁਤ ਕੰਮ ਦੀ ਚੀਜ਼ ਹੈ, ਕਿਸੇ ਨੂੰ ਦੇ ਨਾ ਆਈ। ਮੈਂ ਪਿੱਛੇ ਢੂਈ 'ਚੋਂ ਕੱਢ ਕੇ ਸੱਤੇ ਨੂੰ ਫੜਾਤੀ। ਤੋਚੀ ਕਹਿੰਦਾ ਇਹ ਕੀ ਮੰਗਿਆ, ਕਿੱਥੇ ਲੁਕੋਈ ਬੈਠਾ? ਮੈਨੂੰ ਤਾਂ ਆਏ ਸੀ ਆਹ ਜਿਹੜੀ ਪਿੱਛੋਂ ਤੇਰੀ ਕੋਟ ਉੱਪਰ ਉੱਠੀ ਹੋਈ ਹੈ, ਇਹ ਕਿੱਲੀ ਦੇ ਟੰਗਣ ਕਰਕੇ ਉੱਠੀ ਹੋਈ ਹੈ। ਕਮਾਲ ਹੈ ਯਾਰ, ਜਮਾਂ ਨਹੀਂ ਪਤਾ ਲੱਗਦਾ। ਇੰਨੇ ਨੂੰ ਬਲਰਾਮ ਵੀ ਭਾਦਸੋਂ ਤੋਂ ਆ ਗਿਆ। ਆਉਂਦਾ ਮੂੰਹ ਜਿਹਾ ਢਿੱਲਾ ਕਰਕੇ ਕਹਿੰਦਾ, ਯਾਰ SHO ਨਹੀਂ ਬਾਂਹ ਫੜਾਉਂਦਾ। ਕਹਿੰਦਾ ਮੇਰੇ ਬਸ ਨਹੀਂ। ਫਿਰ ਉਹ ਕਹਿੰਦਾ ਤੁਸੀਂ ਦੱਸੋ ਕੀ ਕਰਨਾ? ਉਹਨੇ ਗੱਲ ਸਾਡੇ 'ਤੇ ਸੁੱਟਦੀ। ਸੱਤਾ ਮੈਨੂੰ ਕਿਰਚ ਫੜਾਉਂਦਾ ਹੋਇਆ ਖੜਾ ਹੋ ਗਿਆ ਮੰਜੇ ਤੋਂ। ਫਿਰ ਤੂੰ ਸੰਦ ਸਟਾਰਟ ਕਰ। ਐਸੀ ਤੈਸੀ HO ਦੀ ਅੱਜ ਪਟਾਕੇ ਦੇਖੀ ਕਿਵੇਂ ਪੈਂਦੀ ਹੈ। ਉਹਦੀ ਗਾਲ ਤੇ ਗੱਲ 'ਚ ਬਹੁਤ ਰੋਹਬ ਸੀ। ਫਿਰ ਉਹਨੇ ਦੋ ਨਾਲੀ ਨੂੰ ਇੱਕ ਚੁੰਮੀ ਦਿੱਤੀ। ਤੋਚੀ ਵੱਲ ਦੇਖ ਕੇ ਕਹਿੰਦਾ, ਤੋਚੀ ਫੋੜ ਦੀ ਚਾਬੀ ਮੈਨੂੰ ਦੇ ਕੇ ਨਾ। ਹੁਣ ਉਹ ਤੇਜ਼ੀ ਨਾਲ ਕੋਲ ਖੜੇ ਟਰੈਕਟਰ ਦੀ ਸੀਟ 'ਤੇ ਬੈਠ ਗਿਆ। ਬਾਕੀ ਵੀ ਸਾਰੇ ਹੋ ਗਏ ਕੈਮ। ਕਰ ਲਏ ਸਿੱਧੇ ਆਪਣੇ ਆਪਣੇ ਸੰਦ। ਮੈਂ ਤੇ ਤੋਚੀ ਸੱਤੇ ਵਾਲੇ ਫੋਰਡ ਦੀ ਲਿਫਟ 'ਤੇ ਖੜ੍ਹ ਗਏ। ਬੱਬੂ ਨੇ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਕੇ ਛੱਡਤੀ ਜੀਪ ਫੁੱਲ ਸਪੀਡ 'ਤੇ। ਅਤੇ ਜਦੋਂ ਅਸੀਂ ਕਬਜ਼ੇ ਵਾਲੀ ਥਾਂ ਨੂੰ ਕੂਚ ਕੀਤਾ ਤਾਂ ਅੱਡੇ 'ਚੋਂ ਲੰਘਦੇ ਮੇਰੇ 2-3 ਜਮਾਤੀ ਮੈਨੂੰ ਵੇਖ ਰਹੇ ਸੀ। ਇੱਕ ਜਮਾਤਣ ਵੀ ਸੰਤ ਈਸ਼ਰ ਸਿੰਘ ਦੀ ਯਾਦ 'ਚ ਬਣੇ ਗੁਰੂ ਘਰ ਵੱਲੋਂ ਆ ਰਹੀ ਸੀ। ਮੈਨੂੰ ਲੱਗਿਆ ਮੇਰੀ ਚੜ੍ਹਾਈ ਹੋ ਰਹੀ ਹੈ। ਫਿਰ ਮਨ ਨੂੰ ਲੱਗੇ ਕੁੜੀ ਕੀ ਸੋਚਦੀ ਹੋਊ ਵੀ ਇਹ ਤਾਂ ਬਦਮਾਸ਼ ਹੈ। ਇੱਕ ਤਾਂ ਮੈਂ ਤੋਚੀ ਹੋਰਾਂ ਕੋਲ ਪਹਿਲਾਂ ਵੀ ਆਉਂਦਾ ਰਹਿੰਦਾ ਸੀ, ਅਤੇ ਦੂਜਾ ਕਬੱਡੀ ਖੇਡਣ ਕਰਕੇ ਪਿੰਡ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਸੀ, ਅਤੇ ਤੀਜਾ 1 ਸਾਲ ਮੈਂ ਇਸ ਪਿੰਡ ਪੜ੍ਹਿਆ ਵੀ ਸੀ। ਉਹ ਮੈਨੂੰ ਐਂ ਵੀ ਸੀ ਵੀ ਵੱਧ ਤੋਂ ਵੱਧ ਲੋਕ ਮੈਨੂੰ ਦੇਖਣ ਕਬਜ਼ੇ 'ਤੇ ਜਾਂਦੇ ਨੇ। ਇਹ ਮੇਰੇ 'ਚ ਇੱਕ ਨਵਾਂ ਬਦਲਾਅ ਸੀ, ਜਦੋਂ ਕਿ ਇਹ ਤੋਂ ਪਹਿਲਾਂ ਮੈਂ ਖਿਡਾਰੀ ਹੀ ਅਖਵਾਉਂਦਾ ਸੀ। ਪਰ ਉਸ ਦਿਨ ਬਦਮਾਸ਼ ਵਾਲੀ ਫੀਲਿੰਗ 'ਚ ਅਜੀਬ ਜਿਹਾ ਆਨੰਦ ਸੀ। ਅਸੀਂ ਆਪਣੀ ਲੌਲ ਲਸ਼ਕਰ ਲੈ ਕੇ ਪਹੁੰਚ ਗਏ ਕਬਜ਼ੇ ਵਾਲੀ ਜ਼ਮੀਨ 'ਚ। ਸਾਡੇ ਟਰੈਕਟਰ 'ਤੇ ਚੱਲਦਾ ਗਾਣਾ ਜੋਸ਼ ਨੂੰ ਹੋਰ ਦੁੱਗਣਾ ਕਰ ਰਿਹਾ ਸੀ। ਉਹ ਬਦਲਾ ਲੈ ਲਈ ਜਿਉਣਿਆਂ ਜੇ ਮਾਂ ਦਾ ਜਾਇਆ। ਪਰ ਉੱਥੇ ਕੋਈ ਨਹੀਂ ਸੀ ਜਿੱਥੋਂ ਬਦਲਾ ਲਿਆ ਜਾ ਸਕੇ। ਸਾਰੇ ਜਣੇ ਚੰਬੜ ਗਏ। ਮਿੰਟਾਂ 'ਚ ਹੀ ਦਰਖਤ ਵੱਢ ਜ਼ਮੀਨ ਵਾਹੀ ਯੋਗ ਕਰਤੇ, ਅਤੇ ਸਭ ਤੋਂ ਵੱਧ ਦਰਖਤ ਬੱਬੂ ਭਲਵਾਨ ਨੇ ਕਤਲ ਕੀਤੇ। ਗਰਮੋ ਗਰਮੀ ਹੋ ਗਿਆ ਉਹ, ਜਿਵੇਂ ਉਹਨੂੰ ਕੁਝ ਚੜ੍ਹ ਗਿਆ ਹੋਵੇ। ਹੁਣ ਟਰੈਕਟਰ ਚੱਲ ਰਹੇ ਨੇ, ਗਾਣੇ ਵੱਜ ਰਹੇ ਨੇ, ਸੁਣਦੇ ਝੂਮਦੇ ਪੂਰੀ ਮਸਤੀ 'ਚ ਮੋਹਣੇ ਨੇ ਟਰਾਲੀ ਦੀ ਟੂਲ 'ਚੋਂ ਘਰ ਦੀ ਕੱਢੀ ਦਾ ਡੋਲੂ ਕੱਢ ਲਿਆ। ਮੈਨੂੰ ਕਹਿੰਦਾ, ਮੰਗੇ ਪਾਣੀ ਲਿਆ ਗੁਰਦੁਆਰੇ 'ਚੋਂ। ਤੋਚੀ ਨੇ ਘੂਰਤਾ, ਸਾਲਿਆ ਪਾਪ ਚੜ੍ਹਾਉਣਾ ਹੈ ਸਾਡੇ 'ਤੇ। ਉਸ ਜ਼ਮੀਨ ਦੇ ਇੱਕ ਪਾਸੇ ਗੁਰੂ ਘਰ ਦੀ ਪਿੱਠ ਲੱਗਦੀ ਹੈ, ਬਾਕੀ ਸੱਜੇ ਖੱਬੇ ਖੁੱਲ੍ਹੇ ਖੇਤ ਅਤੇ ਸਾਹਮਣੇ ਵਿਰੋਧੀਆਂ ਦੀ ਮੋਟਰ ਹੈ। ਬਲਰਾਮ ਵੀਰੇ ਨੇ ਭੱਜ ਕੇ ਦੋਵੇਂ ਟਰੈਕਟਰਾਂ ਦੇ ਡੈਕ ਬੰਦ ਕਰਤੇ। ਕਹਿੰਦਾ, ਸੱਤੇ ਮਾਰ ਫਿਰ। ਉਹ ਬਹੁਤ ਤੇਜ਼ੀ 'ਚ ਸੀ। ਸਾਰੇ ਦੇਖਣ ਵੀ ਕੀ ਹੋ ਗਿਆ। ਜਦੋਂ ਦੇਖਿਆ ਤਾਂ ਇੱਕ ਵਾਰੀ ਤਾਂ ਹਿੱਲ ਜੇ ਗਏ। ਤਿੰਨੇ ਪਾਸਿਓਂ ਬੰਦੇ ਸਾਡੇ ਵੱਲ ਨੂੰ ਭੱਜੇ ਆਉਣ, ਡਾਂਗਾਂ ਗੰਡਾਸੇ ਲੈ ਕੇ। 1-2 ਕੋਲ ਤਾਂ ਰਫਲਾਂ ਵੀ ਦਿਖੀਆਂ। ਹੋ ਸਕਦਾ ਅਸੀਂ ਡਰ ਜਾਂਦੇ ਜਾਂ ਭੱਜ ਜਾਂਦੇ ਜੇ ਕਮਾਂਡ ਸੱਤੇ ਵਰਗੇ ਤਜਰਬੇਕਾਰ ਬੰਦੇ ਹੱਥ ਨਾ ਹੁੰਦੀ। ਸੱਤਾ ਕਹਿੰਦਾ, ਇੱਕ ਲਾਈਨ 'ਚ ਆ ਜਾਓ। ਉਹਨੇ ਸਾਡਾ ਸੈਮੀ ਸਰਕਲ ਜਿਹਾ ਬਣਾ ਤਾ, ਅੰਗਰੇਜ਼ੀ ਦੇ C ਅੱਖਰ ਵਾਂਗੂ, ਤਾਂ ਕਿ ਬੰਦੇ ਜ਼ਿਆਦਾ ਲੱਗੀਏ ਅਤੇ ਡਰੇ ਹੋਏ ਨਾ ਦਿਖੀਏ। ਬਲਰਾਮ ਵੀਰ ਨੇ ਕਿਹਾ, ਸੱਤੇ ਮਾਰ ਫਿਰ, ਉਹ ਤਾਂ ਆ ਚੜ੍ਹੇ ਯਾਰ। ਸੱਤੇ ਨੇ ਜਦੋਂ ਗੋਲੀ ਚਲਾਈ ਤਾਂ ਇੱਕ ਫਾਇਰ ਤਾਂ ਨਿਕਲਿਆ, ਪਰ ਦੂਜਾ ਫਾਇਰ ਨਾ ਨਿਕਲਿਆ, ਰੌਂਦ ਵਿੱਚ ਹੀ ਫਸ ਗਿਆ। ਉਹ ਖੋਖਾ ਜਿਹਾ ਹੁਣ ਨਿਕਲ ਹੀ ਨਹੀਂ ਸੀ ਰਿਹਾ। ਵਿਰੋਧੀ ਜਿਹੜੇ ਰੁਕ ਗਏ ਸੀ ਉਹ ਫਿਰ ਤੇਜ਼ੀ ਨਾਲ ਅੱਗੇ ਵਧੇ। ਅਸੀਂ ਸੱਤੇ ਦੇ ਨੇੜੇ ਨੂੰ ਹੋਣ ਲੱਗੇ ਤਾਂ ਉਹਨੇ ਰੋਕਤੇ। ਕਹਿੰਦਾ, ਉੱਥੇ ਹੀ ਖੜੋ ਅਤੇ ਲਲਕਾਰੇ ਮਾਰੋ। ਉਹਨਾਂ ਨੂੰ ਆਪਾਂ ਡਰੇ ਹੋਏ ਨਹੀਂ ਲੱਗਣੇ ਚਾਹੀਦੇ। ਉਹ ਬਹੁਤ ਸਹਿਜ ਸੀ, ਕੋਈ ਘਬਰਾਹਟ ਨਹੀਂ, ਬਸ ਆਪਣੀ ਕੋਸ਼ਿਸ਼ 'ਚ ਹੀ ਬਈ ਉਹ ਰੌਂਦ ਨਿਕਲ ਜਾਏ। ਫਿਰ ਉਹ ਮੈਨੂੰ ਕਹਿੰਦਾ, ਭਗਵਾਨਪੁਰੀਆ ਉਹ ਕਿਰਚ ਫੜਾ ਹਨੀ, ਉਹਦੇ ਨਾਲ ਨਿਕਲੂ। ਉਹ ਹਨਾ ਸ਼ਬਦਾਂ ਦੀ ਜਗ੍ਹਾ ਹਨੀ ਬੋਲਦਾ। ਮੈਂ ਪਿੱਛੋਂ ਗਰਦਨ ਕੋਲੋਂ ਕੱਢ ਕੇ ਕਿਰਚ ਉਹਨੂੰ ਫੜਾਈ। ਪਤਲੀ ਹੋਣ ਕਰਕੇ ਦੁਨਾਲੀ ਦੀ ਨਾਲੀ 'ਚ ਫਿਰ ਗਈ ਅਤੇ ਰੌਂਦ ਨਿਕਲ ਗਿਆ। ਰੌਂਦ ਕੱਢ ਕੇ ਸੱਤੇ ਨੇ ਇੱਕ ਭਾਰੀ ਜਿਹੀ ਗਾਲ ਕੱਢੀ। ਹੁਣ ਆਓ ਤੁਹਾਡੀ। ਉਹਨੇ 2 ਫਾਇਰ ਜਮਾਂ ਸਿੱਧੇ ਕਰਕੇ ਮਾਰੇ ਉਹਨਾਂ ਵੱਲੋਂ। 2-3 ਤਾਂ ਡਿੱਗ ਪਏ ਚਾਦਰਿਆਂ ਵਾਲੇ, ਜਿਹੜੇ ਮੂਹਰੇ ਭੱਜੇ ਆਉਂਦੇ ਸੀ ਚੀਕਾਂ ਮਾਰਦੇ ਮਾਰਦੇ। ਅਸੀਂ ਭੱਜ ਕੇ ਉਹਨਾਂ ਵੱਲ ਨੂੰ ਹੋ ਗਏ ਲਲਕਾਰੇ ਮਾਰਦੇ। ਸੱਤੇ ਨੇ ਰੋਕਤਾ। ਕਹਿੰਦਾ, ਬਸ ਜ਼ਿਆਦਾ ਦੂਰ ਪਿੱਛਾ ਨਹੀਂ ਕਰਨਾ, ਉਹਨਾਂ ਕੋਲ ਪੱਕੀ ਰਫਲ ਹੈ। ਅਸੀਂ ਬੜੇ ਹੈਰਾਨ ਸੀ ਵੀ ਇਹਨੂੰ ਇੱਥੇ ਇੰਨੀ ਦੂਰ ਤੋਂ ਕਿਵੇਂ ਪਤਾ ਲੱਗ ਗਿਆ ਪੱਕੀ ਕੱਚੀ ਦਾ।
ਤੋਚੀ ਨੇ ਕਈ ਦਿਨ ਬਾਅਦ 'ਚ ਦੱਸਿਆ ਸੀ ਪੱਕੀ ਰਫਲ ਬਾਰੇ। ਕਬਜ਼ਾ ਅਸੀਂ ਲੈ ਚੁੱਕੇ ਸੀ। ਆਲੋਵਾਲ ਪਿੰਡ 'ਚ ਪੂਰੀ ਵਾਹਵਾ ਕਰਾਤੀ ਸੀ। ਉਸ ਰਾਤ ਮੈਂ, ਮੋਹਣਾ, ਸੱਤਾ ਤੇ ਬੱਬੂ ਭਲਵਾਨ ਨੇ ਯਾਦੀ ਦੀ ਮੋਟਰ 'ਤੇ ਰਾਤ ਕੱਟੀ। ਉੱਥੇ ਬਿਸਤਰੇ ਮੱਲੀ ਬੈਠੇ, ਪੈਗ ਲਾਈਏ, ਨਾਲੇ ਕਬਜ਼ੇ ਦਾ ਰਿਵਿਊ ਕਰੀਏ। ਉਹ ਵੀ ਭਾਵੇਂ ਮਾੜੀ ਮੋਟੀ ਲੜਾਈ ਹੋਣੀ ਤਾਂ ਵੀ ਅਸੀਂ ਕਈ ਦਿਨ ਘਰੇ ਨਾ ਵੜਨਾ। ਐਂ ਯਾਰਾਂ ਦੋਸਤਾਂ ਦੀਆਂ ਮੋਟਰਾਂ 'ਤੇ ਢੋਲੇ ਦੀਆਂ ਲਾਉਣੀਆਂ। ਅਤੇ ਉਦਣ ਤਾਂ ਫਿਰ ਅਸੀਂ ਕਬਜ਼ਾ ਲਿਆ ਸੀ, ਉਹ ਵੀ ਉਸ ਜ਼ਮੀਨ ਦਾ ਜਿਹਦੇ ਕਰਕੇ 2 ਕਤਲ ਹੋ ਚੁੱਕੇ ਸੀ। ਉਸ ਕਹਾਵਤ ਵਾਂਗ ਬਹੂ ਤਾਂ ਪਹਿਲਾਂ ਹੀ ਮਾਰਨੀ ਸੀ, ਹੁਣ ਤਾਂ ਉਹਦੇ ਕੋਲ ਮੁੰਡਾ ਹੈ। ਉਦੋਂ ਕੁਛ ਨਹੀਂ ਸੀ ਪਤਾ ਕਿ ਢੋਲੇ ਲਾਉਣ ਗਾਉਣ ਵਾਲੀਆਂ ਮਹਿਫਿਲਾਂ ਕਿਹੜੀ ਦਲਦਲ ਵੱਲ ਲੈ ਜਾਣਗੀਆਂ। ਧੰਨਵਾਦ।